ਸ਼ਰਾਬ ਵੀ ਉਦਾਂ ਹੀ ਵਿਕ ਰਹੀ ਆ, ਮਨਸ਼ਿਆਤ ਵੀ ਉਦਾਂ ਹੀ ਵਿਕ ਰਹੀ ਆ। तीन बंदे जहरीली शराब पी के जान बहक हो गए। दोनों थाने ਝੰਗ ਬਾਜ਼ਾਰ ਤੇ ਰਜ਼ਾਬਾਦ ਬਜ਼ੇ ਤੇ ਸੀ ਕਿ ਮੈਂ ਐਫਆਈਆਰ ਨਹੀਂ ਦੇਣੀ ਤੂੰ ਦੇਣੀ, ਉਹ ਕਹਿੰਦਾ ਸੀ ਨਹੀਂ ਮੈਂ ਨਹੀਂ ਦੇਣੀ ਤੂੰ ਦੇਣੀ। अस्सलाम वालेकुम, मैं मौज़म जट ते तुसी वेख रहे हो जुर्म कहानी। अज दी जुर्म कहानी दे विच फैसलाबाद दे विच बड़ा अफसोसनाक वाक़या पेश आंदा है कि तीन बंदे जहरीली शराब पी के जान बहक हो गए। इन्हां दी असल कहानी की है, केड़ी शराब सी, कित्थों शराब आई, किद्दां इन्हां ने पीती और किस तरह जेडे तीन बंदे जान बहक होए। फैसलाबाद दे विच काफी रौला पिया। पहले तो जनाब थाने जेडे सी ना और डिसाइड नहीं सी हो रहे कि थाना ਝੰਗ बाजार च होई है, थाना रजाबाद दे विच एफआईआर दर्ज नहीं सी हुंदी पई। ओदे तो बाद एफआईआर दर्ज हुई। एफआईआर दे विच जनाब लिखिया गया कि इन्हां ने जहरीली शराब पीती जिहदी वजह तो इन्हां जान बहक हो गया। हुण असल मुलजम फड़े गए या नहीं फड़े गए, साडे नाल सीनियर सहाफी कैसे टिपू मौजूद ने, नाल गलबात करदे हैगे आ कि बई दस्सिओ कि ਇਹ ਜਿਹੜੇ मुलजम सीगे जिन्हां ने इन्हां नूं शराब बेची ते इन्हां जाना मासूम जाना चले गईयां, लेकिन किस तरह सारा वकूआ होंदा है, पुलिस ने हाले तक की रिपोर्ट दी? देखो जी, पुलिस ने रिपोर्ट की करनी, पुलिस ते मामला घुटना चाहती सी, बल्कि घुट ही लिया सी। समझ लो, क्योंकि ये मामला जिहड़ा है शायद जुमे वाले दिन पेश आया सी। जुमे वाले दिन इन्होंने रिक्शा स्टैंड ते बैठ के शराब पीती। 4 लोग सीगे, 3 जिहड़े उन्हां दी तबीयत खराब हुई, एक मौके ते ਉਹਦੀ ਡੈਥ ਹੋ ਗਈ। ਉਹ ਸੀਗਾ ਸਿੰਧ ਦਾ, ਉਹਦੀ ਡੈਡ ਬਾਡੀ ਉੱਥੇ ਚਲੀ ਗਈ। ਪੁਲਿਸ ਨੇ ਮਾਮਲਾ ਉਦੋਂ ਵੀ ਘੁੱਟ ਲਿਆ। ਉਸ ਤੋਂ ਬਾਅਦ 2 ਲੜਕੇ ਜਿਹੜੇ ਸੀਗੇ, ਜਿਹਦੇ 'ਚ ਇੱਕ ਸ਼ਹਿਜ਼ਾਦ ਤੇ ਦੂਸਰਾ ਉਸਮਾਨ, ਇਹ ਸ਼ਾਇਦ ਆਪਸ ਵਿੱਚ ਰਿਲੇਟਿਵ ਵੀ ਸੀਗੇ। ਇਹਨਾਂ ਨੂੰ ਗੁਲਾਮਾਬਾਦ ਹਸਪਤਾਲ ਲੈ ਕੇ ਗਿਆ। ਉਸ ਤੋਂ ਨੈਕਸਟ ਡੇ ਸ਼ਹਿਜ਼ਾਦ ਦੀ ਡੈਥ ਹੋ ਗਈ। ਪੁਲਿਸ ਨੇ ਮਾਮਲਾ ਫਿਰ ਘੁੱਟ ਲਿਆ। ਠੀਕ ਹੈ ਜੀ, ਉਹਦਾ ਡੈਥ ਸਰਟੀਫਿਕੇਟ ਵੀ ਪਿਛਲੀ ਡੇਟ ਦਾ ਜਾਰੀ ਕੀਤਾ। ਅੱਛਾ, ਮਾਮਲਾ ਘੁੱਟਣ ਵਾਸਤੇ। ਇਹ ਤੇ ਮਾਮਲਾ ਜਦੋਂ ਤੀਸਰੇ ਦੀ ਡੈਥ ਹੋ ਗਈ ਉਸਮਾਨ ਦੀ, ਵੈਂਟੀਲੇਟਰ ਤੇ ਰਹਿਣ ਤੋਂ ਬਾਅਦ, ਉਹਦਾ ਬਕਾਇਦਾ ਜਨਾਜ਼ਾ ਹੋ ਗਿਆ। ਪੁਲਿਸ ਨੇ ਮਾਮਲਾ ਘੁੱਟ ਲਿਆ। ਇਹ ਤੇ ਮੀਡੀਆ ਤੇ ਮਾਮਲਾ ਆ ਗਿਆ ਤੇ ਕਬਰਸਤਾਨ 'ਚ ਉਹਦੀ ਤਦਫੀਨ ਤੋਂ ਪਹਿਲੇ ਪੁਲਿਸ ਨੂੰ ਮਜਬੂਰਨ ਜਾਣਾ ਪਿਆ ਤੇ ਤਦਫੀਨ ਰੋਕਣੀ ਪਈ, ਕਿਉਂਕਿ ਮਾਮਲਾ ਮੀਡੀਆ ਦੇ ਉੱਤੇ ਆ ਗਿਆ ਸੀਗਾ। ਤੇ ਪੁਲਿਸ ਉਸ ਤੋਂ ਬਾਅਦ ਵੀ, ਇਹ ਯਾਨੀ ਕਿ ਸਵੇਰ 10 ਜਾਂ 11 ਵਜੇ ਦਾ ਇਹ ਮਾਮਲਾ, ਸ਼ਾਮ 6 ਤੋਂ 7 ਵਜੇ ਤੱਕ ਪੁਲਿਸ ਦੋਨੋਂ ਥਾਣੇ ਝੰਗ ਬਾਜ਼ਾਰ ਤੇ ਰਜ਼ਾਬਾਦ ਬਜ਼ੇ ਤੇ ਸੀ ਕਿ ਮੈਂ ਐਫਆਈਆਰ ਨਹੀਂ ਦੇਣੀ ਤੂੰ ਦੇਣੀ, ਉਹ ਕਹਿੰਦਾ ਸੀ ਨਹੀਂ ਮੈਂ ਨਹੀਂ ਦੇਣੀ ਤੂੰ ਦੇਣੀ। ਉਧਰ ਲੋਕਾਂ ਦੀਆਂ ਜਾਨਾਂ ਚਲੇ ਗਈਆਂ, ਇੱਧਰ ਡਿਸਾਈਡ ਨਹੀਂ ਹੋ ਰਿਹਾ ਥਾਣੇ ਦਰਖਾਸਤ ਐਫਆਈਆਰ ਕਿਹਨੇ ਦੇਣੀ ਹੈ। ਬਿਲਕੁਲ ਬਿਲकुल, ਦੋਨੋਂ ਐਸਐਚਓ ਜਿਹੜੇ ਨੇ ਨਾ, ਉਹ ਕਹਿ ਰਿਹਾ ਸੀ ਭਾਈ ਤੇਰੇ ਇਲਾਕੇ 'ਚ ਸ਼ਰਾਬ ਖਰੀਦੀ ਗਈ, ਦੂਜਾ ਕਹਿ ਰਿਹਾ ਸੀ ਨਹੀਂ ਭਾਈ ਤੇਰੇ ਇਲਾਕੇ 'ਚ ਬੈਠ ਕੇ ਪੀਤੀ ਗਈ। ਇਹ ਮਾਮਲਾ ਚੱਲਦਾ ਰਿਹਾ। ਐਟ ਦੀ ਐਂਡ ਸੀਪੀਓ ਦੇ ਕਹਿਣ ਤੋਂ ਬਾਅਦ ਇਹ ਪਰਚਾ ਹੋਇਆ। ਹੁਣ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ। ਸਿਰਫ ਇੱਕੋ ਹੀ ਸ਼ਵਾਹਦ ਆ ਜਿਹੜਾ ਚੌਥਾ ਬੰਦਾ ਬਚ ਗਿਆ ਤੇ ਸ਼ਰਾਬ ਕਿੱਥੋਂ ਲਈ ਗਈ। ਔਰ ਦੇਖੋ ਰੋਜ਼ ਮੁਕਾਬਲੇ ਹੋ ਰਹੇ, 50 ਤੇਜ਼ ਤਰੀਨ 50 ਹੋਈ ਹੈ ਮੁਕਾਬਲਿਆਂ ਦੀ। ਜੀ ਕਿਹਾ ਕੀ ਜਾ ਰਿਹਾ ਜੀ ਕਿ ਮਨਸ਼ਿਆਤ ਖਤਮ ਕੀਤੀ ਜਾ ਰਹੀ ਆ, ਜਰਾਇਮ ਪੇਸ਼ਾ ਨਾਸਰ ਦਾ ਖਾਤਮਾ ਕੀਤਾ ਜਾ ਰਿਹਾ। ਸ਼ਰਾਬ ਵੀ ਉਦਾਂ ਹੀ ਵਿਕ ਰਹੀ ਆ, ਮਨਸ਼ਿਆਤ ਵੀ ਉਦਾਂ ਹੀ ਵਿਕ ਰਹੀ ਆ। ਬਲਕਿ ਕੀ ਹੋ ਰਿਹਾ ਵਾ, ਪੁਲਿਸ ਨੂੰ ਆਪਣੀ ਗੁੱਡਵਿਲ ਦਿਖਾਉਣ ਵਾਸਤੇ ਜਿਹੜੇ ਐਸਐਚਓਸ ਨੇ ਨਾ, ਜਿਹੜੇ ਨਸ਼ਈ ਜਿਨ੍ਹਾਂ ਨੂੰ ਅਸੀਂ ਕਹਿੰਦੇ, ਜਿਹੜੇ ਸੜਕਾਂ ਤੇ ਬੈਠ ਕੇ ਨਸ਼ਾ ਪੀਂਦੇ ਨੇ, ਬਿਲਕੁਲ, ਉਹਨਾਂ ਦੇ ਹੁਣ ਪਰਚੇ ਦੇਣੇ ਸ਼ੁਰੂ ਹੋ ਗਏ ਨੇ ਮਨਸ਼ਿਆਤ ਫਰੋਸ਼ੀ ਦੇ। ਅੱਛਾ, ਕਿ ਇਹ ਨਸ਼ਾ ਵੇਚਦੇ ਨੇ। ਠੀਕ ਹੈ ਜੀ, ਆਪਣੀ ਗੁੱਡਵਿਲ ਦਿਖਾ ਰਹੇ ਨੇ। ਉਹ ਨਸ਼ਾ ਉਸ ਤਰ੍ਹਾਂ ਹੀ ਵਿਕ ਰਿਹਾ ਤੇ ਇਹ ਇੰਤਹਾਈ ਸੰਗੀਨ ਮਾਮਲਾ, ਕਿਉਂਕਿ ਆਰਪੀਓ ਸਾਹਿਬ ਨੇ ਵੀ ਕਿਹਾ ਸੀ ਕਿ ਮਨਸ਼ਿਆਤ ਮੇਰੀ ਰੈੱਡ ਲਾਈਨ ਆ, ਸੀਪੀਓ ਸਾਹਿਬ ਦਾ ਵੀ ਇਹੀ ਕਹਿਣਾ ਵਾ। ਲੇਕਿਨ ਨਸ਼ਾ ਉਦਾਂ ਹੀ ਵਿਕ ਰਿਹਾ ਵਾ ਜਿੱਦਾਂ ਪਹਿਲੇ ਸੀਗਾ। ਬਲਕਿ ਨਸ਼ਾ ਕੀ ਵਿਕ ਰਿਹਾ, ਜ਼ਹਿਰੀਲੀ ਸ਼ਰਾਬ ਵਿਕ ਰਹੀ। 3 ਜਾਨਾਂ ਗਈਆਂ ਔਰ ਤਿੰਨੋਂ ਬੜੇ ਖੂਬਸੂਰਤ ਯੰਗ, 35 ਸਾਲ ਤੋਂ ਪਿੱਛੇ 24 ਤੋਂ 35 ਤੇ 3 ਜ਼ਿੰਦਗੀਆਂ ਜਿਹੜੀਆਂ ਚਲੀਆਂ ਗਈਆਂ। ਬਾਕੀ ਹੁਣ ਦੇਖੋ ਕਿ ਇਹਦਾ ਮਾਮਲੇ ਦਾ ਕੀ ਬਣਦਾ। ਲੇਕਿਨ ਹਜੇ ਤੱਕ ਇੱਥੇ ਹਰ ਰੋਜ਼ ਹਰ ਥਾਣੇ ਦੀ ਨਾ ਖਬਰ ਆ ਰਹੀ ਹੁੰਦੀ ਗਰੁੱਪ ਦੇ ਵਿੱਚ, ਜੀ ਫਲਾਂ ਥਾਣੇ ਨੇ 1 ਕਿਲੋ ਮਨਸ਼ਿਆਤ ਫੜ ਲਈ, ਚਰਸ ਫੜ ਲਈ, ਆਈਸ ਫੜ ਲਈ, ਜਾਂ ਫਲਾਂ ਥਾਣੇ ਨੇ ਅੱਜ ਇੰਨੀ ਸ਼ਰਾਬ ਫੜ ਲਈ। ਆਏ ਰੋਜ਼ ਇਹ ਕਿੱਥੋਂ ਇੰਨੀਆਂ ਚੀਜ਼ਾਂ ਆ ਰਹੀਆਂ ਵਾ? ਅਗਰ ਇੰਨੀ ਮਨਸ਼ਿਆਤ ਫੜੀ ਜਾਂਦੀ ਆ ਤੇ ਫਿਰ ਜਿਹੜੇ ਲੋਕੀ ਪੀਂਦੇ ਪਏ ਆ, ਇਹ ਕਿੱਥੋਂ ਪੀਂਦੇ ਪਏ ਆ? ਫਿਰ ਪੁਲਿਸ ਵੇਚਦੀ ਪਈ ਆ, ਇਹ ਕਿੱਥੋਂ ਆ ਰਹੀ ਹੈ? ਇਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਜਿਹੜੇ ਲੋਕ ਪੀ ਰਹੇ ਨੇ ਹੁਣ ਤੇ ਉਹਨਾਂ ਦੇ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਗਏ ਆ। ਪਰਚੇ ਉਹਨਾਂ ਦੇ ਕਿਹੜੇ ਹੋ ਰਹੇ ਨੇ? ਇੱਕ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਈਸ ਦੇ ਐਡਿਕਟ ਨੇ, ਜਿਨ੍ਹਾਂ ਦੇ ਨਸਾਂ ਦੇ ਵਿੱਚ
ਨਸ਼ਾ ਜਾ ਚੁੱਕਿਆ, ਜਿਹੜੇ ਇਸ ਤੋਂ ਬਗੈਰ ਨਹੀਂ ਰਹਿ ਸਕਦੇ। ਆਮ ਤੌਰ ਤੇ ਕੀ ਹੁੰਦਾ ਸੀ, ਇਹਨਾਂ ਨੂੰ ਸਮਝਿਆ ਜਾਂਦਾ ਸੀ ਬੋਝ ਆ ਯਾਰ, ਇਹ ਫੜਦੇ ਤੇ ਇਹਨਾਂ ਨੂੰ ਨਸ਼ਾ ਕਿੱਥੋਂ ਦੇਣਾ। ਹੁਣ ਉਹਨਾਂ ਦੇ ਮਨਸ਼ਿਆਤ ਫਰੋਸ਼ੀ ਦੇ ਪਰਚੇ ਹੋਣ ਲੱਗ ਪਏ ਨੇ। ਨਸ਼ਾ ਉਦਾਂ ਹੀ ਵਿਕ ਰਿਹਾ, ਉਦਾਂ ਹੀ ਸੇਲ ਹੋ ਰਿਹਾ ਔਰ ਖੁੱਲ੍ਹੇਆਮ ਹੋ ਰਿਹਾ। ਠੀਕ ਹੈ, ਤਰੀਕਾ ਜ਼ਰੂਰ ਬਦਲ ਗਿਆ। ਬਿਲਕੁਲ ਅੱਗੇ ਸੀਗਾ ਕਿ ਜਾਂਦੇ ਸੀ ਮਨਸ਼ਿਆਤ ਫਰੋਸ਼ ਦੇ ਕੋਲੋਂ ਨਸ਼ਾ ਲੈ ਕੇ ਆ ਜਾਂਦੇ ਸੀਗੇ। ਹੁਣ ਇਹ ਆ ਵੀ ਨਸ਼ਾ ਕਿਸੇ ਜਗ੍ਹਾ ਤੇ ਰੱਖ ਦਿੱਤਾ ਜਾਂਦਾ ਵਾ, ਸਪਲਾਈ ਜਿਹੜੀ ਆ ਉੱਥੇ ਪਹੁੰਚ ਜਾਂਦੀ ਆ। ਤਰੀਕਾ ਵਾਰਦਾ ਚੇਂਜ ਹੋ ਗਿਆ, ਲੇਕਿਨ ਨਸ਼ਾ ਜਿਹੜਾ ਉਦਾਂ ਹੀ ਵਿਕ ਰਿਹਾ। ਤੇ ਪੁਲਿਸ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਨਹੀਂ। ਦੂਸਰੀ ਸਾਈਡ ਤੇ ਅਗਰ ਸੀਪੀਓ ਫੈਸਲਾਬਾਦ ਨਵੇਂ ਆਏ, ਇਹਨਾਂ ਨੇ ਸੈਂਚਰੀ ਤੇ 50 ਕਰ ਲਈ ਪੁਲਿਸ ਮੁਕਾਬਲਿਆਂ ਦੀ। ਦੂਜੀ ਸਾਈਡ ਤੇ ਖਬਰਾਂ ਵੀ ਮੀਡੀਆ ਨੂੰ ਦੇਣ ਤੋਂ ਰੋਕ ਦਿੱਤੀਆਂ ਕਿ ਪੁਲਿਸ ਮੁਕਾਬਲੇ ਦੀਆਂ ਖਬਰਾਂ ਨਹੀਂ ਦੇਣੀਆਂ ਹੈਗੀਆਂ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਤੇ ਦੇਖੋ ਜੀ, ਅਸਲ ਤੇ ਅਗਰ ਪੁਲਿਸ ਮੁਕਾਬਲੇ ਹੋ ਰਹੇ ਨੇ ਤੇ ਜਿਹਨੂੰ ਅਸੀਂ ਕਹਿੰਦੇ ਨੇ ਕਿ ਮਾਵਰਾ ਅਦਾਲਤ ਕਤਲ ਜਿਹੜੇ ਹੋ ਰਹੇ ਨੇ, ਉਹਦਾ ਮਕਸਦ ਤੇ ਇੱਕ ਹੀ ਹੁੰਦਾ ਵਾ ਕਿ ਥ੍ਰੈਟ ਆਵਾਮ ਦੇ ਵਿੱਚ ਖੌਫ ਪੈ ਜਾਏ, ਜਿਹੜੇ ਜਰਾਇਮ ਪੇਸ਼ਾ ਨਾਸਰ ਨੇ ਉਹ ਇਦਾਂ ਦੀਆਂ ਕਾਰਵਾਈਆਂ ਤੋਂ ਰੁਕ ਜਾਣ। ਠੀਕ ਹੈ, ਇਹ ਸ਼ਾਇਦ ਪਿੱਛੇ ਇਨਸਾਨੀ ਹਕੂਕ ਦਾ ਡਰ ਆ ਕਿ ਉਹ ਮਾਮਲਾ ਨਾ ਚੱਕ ਲੈਣ। ਡੇਲੀ ਦੇ 3 4 5 ਮੁਕਾਬਲੇ ਜਿਹੜੇ ਨੇ ਉਹ ਤੁਹਾਨੂੰ ਪਤਾ ਹੋ ਰਹੇ ਨੇ, ਲੇਕਿਨ ਐਟ ਦੀ ਐਂਡ ਇਹ ਆ ਕਿ ਮੌਜੂਦਾ ਸੂਰਤ-ਹਾਲ 'ਚ ਮੀਡੀਆ ਨੂੰ ਰਿਪੋਰਟ ਕਰਨ ਤੋਂ ਰੋਕ ਦਿੱਤਾ ਗਿਆ। ਬਿਲਕੁਲ, ਬਹੁਤ ਸ਼ੁਕਰੀਆ ਬਾਈ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ 3 ਮਾਸੂਮ ਜਾਨਾਂ ਚਲੇ ਗਈਆਂ ਸੀਗੇ, ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਪੀਤੀ ਸੀ। ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਤੋਂ 3 ਜਾਨਾਂ ਚਲੇ ਗਈਆਂ। ਪੁਲਿਸ ਨੇ FIR ਦਰਜ ਕਰਤੀ। ਹਾਲੇ ਤੱਕ ਉਹ ਮਨਸ਼ਿਆਤ ਫਰੋਸ਼ ਨਹੀਂ ਫੜੇ ਗਏ ਜਿਨ੍ਹਾਂ ਨੇ ਉਹ ਸ਼ਰਾਬ, ਜਿਹੜੀ ਜ਼ਹਿਰੀਲੀ ਸ਼ਰਾਬ ਸੀਗੀ, ਇਹਨਾਂ ਨੂੰ ਵੇਚੇ ਸੀ। ਹਾਲੇ ਤੱਕ ਪੁਲਿਸ ਨੇ ਸਿਰਫ FIR ਕੀਤੀ, FIR ਤੋਂ ਇਲਾਵਾ ਕੁਝ ਵੀ ਨਹੀਂ ਕੀਤਾ।